ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਅੱਜ ਮੈਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੀ ਹਾਂ, ਉਸ ਟੌਪਿਕ ਦਾ ਨਾਮ ਹੈ ਜੀ ਸਿੰਬਲ। ਸੋ ਵਟ ਇਜ਼ ਅ ਕੈਮੀਕਲ ਸਿੰਬਲ? ਕੈਮੀਕਲ ਸਿੰਬਲ ਕੀ ਹੁੰਦਾ ਹੈ? ਸੋ a shorthand notation used for the full name of an element is called the symbol। ਕਿਸੇ ਵੀ ਐਲੀਮੈਂਟ ਦਾ ਪੂਰਾ ਨਾਮ ਲਿਖਣ ਦੀ ਬਜਾਏ ਅਸੀਂ ਉਹਨੂੰ ਇੱਕ ਸ਼ਾਰਟ ਫਾਰਮ ਦੇ ਵਿੱਚ ਲਿਖੀਏ, ਉਹਨੂੰ ਇੱਕ ਛੋਟਾ ਨਾਮ ਦੇਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਉਸ ਛੋਟੇ ਨਾਂ ਨੂੰ, ਉਸ ਸ਼ਾਰਟ ਫਾਰਮ ਨੂੰ, ਉਸ ਐਲੀਮੈਂਟ ਦਾ ਸਿੰਬਲ ਕਹਿੰਦੇ ਆ। So what is a symbol? This is the shorthand notation used for the full name of an element. For example, मान लो मेरे को एलिमेंट हाइड्रोजन है। हाइड्रोजन एलिमेंट ਨੂੰ ਬਾਰ-ਬਾਰ ਪੂਰਾ ਲਿਖਣ ਦੀ ਬਜਾਏ ਜੇ ਮੈਂ ਇਹਦੀ ਜਗ੍ਹਾ ਤੇ H यूज़ करा तो ये H इत्थे एलिमेंट हाइड्रोजन नू ही रिप्रेजेंट कर दिया। सो दिस इज द सिंबल ऑफ एलिमेंट हाइड्रोजन। सो दिस मीन टू से व्हाट इज ए सिंबल? सिंबल इज द शॉर्ट हैंड नोटेशन यूज्ड फॉर द फुल नेम ऑफ एन एलिमेंट। फॉर एग्जाम्पल, वी वांट टू राइट द सिंबल फॉर एलिमेंट नाइट्रोजन। Nitrogen, the symbol for element nitrogen will be N. So here I have written the letter N. Here N for nest नहीं बल्कि N for nitrogen, H for hen नहीं बल्कि H for hydrogen. So chemistry ਦੀ ਜਿਹੜੀ ABC ਹੈ, ਅਸੀਂ ਇਹਨਾਂ ਸਿੰਬਲਸ ਨੂੰ ਕਹਿੰਦੇ ਆ। ਸੋ ਅਲੱਗ-ਅਲੱਗ ਅਲਫਾਬੈਟ ਦੀ ਫਾਰਮ ਦੇ ਵਿੱਚ ਅਸੀਂ ਜਦੋਂ ਅਲੱਗ-ਅਲੱਗ ਐਲੀਮੈਂਟ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਉਸ ਐਲੀਮੈਂਟ ਦੇ ਸਿੰਬਲ ਕਹਿੰਦੇ ਹਾਂ। ਸੋ ਕਿਸੇ ਵੀ ਐਲੀਮੈਂਟ ਦੇ ਸਿੰਬਲ ਨੂੰ ਲਿਖਣ ਵਾਸਤੇ ਕੁਝ ਪ੍ਰੀਲਿਮਿਨਰੀ ਰੂਲ ਜਿਹੜੇ ਆ ਸਾਨੂੰ ਫੋਲੋ ਕਰਨੇ ਪੈਂਦੇ ਆ। An element is usually written by the first capital letter of its name। ਜਨਰਲੀ ਜਦੋਂ ਅਸੀਂ ਕਿਸੇ ਵੀ ਐਲੀਮੈਂਟ ਦਾ ਸਿੰਬਲ ਲਿਖਣਾ, ਅਸੀਂ ਉਹਦੇ ਪਹਿਲੇ ਕੈਪੀਟਲ ਲੈਟਰ ਨੂੰ ਉਹਦਾ ਸਿੰਬਲ ਕੰਸੀਡਰ ਕਰਦੇ ਹਾਂ। ਜਿਸ ਤਰ੍ਹਾਂ ਐਲੀਮੈਂਟ ਹਾਈਡਰੋਜਨ, ਇਹਦਾ ਫਸਟ ਕੈਪੀਟਲ ਲੈਟਰ H ਹੈ, ਤਾਂ H ਇੱਥੇ ਜੇ ਅਸੀਂ H ਲਿਖਦੇ ਹਾਂ ਤਾਂ ਇੱਥੇ H ਐਲੀਮੈਂਟ ਹਾਈਡਰੋਜਨ ਨੂੰ ਰਿਪਰੈਜ਼ੈਂਟ ਕਰ ਰਿਹਾ। ਨਾਈਟ੍ਰੋਜਨ ਦਾ ਫਸਟ ਕੈਪੀਟਲ ਲੈਟਰ N ਹੈ, ਤਾਂ ਇੱਥੇ ਐਲੀਮੈਂਟ ਜੇ ਅਸੀਂ N ਲਿਖਿਆ ਤਾਂ ਐਲੀਮੈਂਟ ਨਾਈਟ੍ਰੋਜਨ ਨੂੰ ਰਿਪਰੈਜ਼ੈਂਟ ਕਰ ਰਿਹਾ। ਸਿਮਿਲਰਲੀ ਸਟੂਡੈਂਟ, ਜੇ ਮੈਂ ਸਿੰਬਲ ਨਿਕਲ ਐਲੀਮੈਂਟ ਦਾ ਸਿੰਬਲ ਲਿਖਾ NiCkel, ਨਿਕਲ, ਹੁਣ ਨਿਕਲ ਐਲੀਮੈਂਟ ਵੀ N ਨਾਲ ਸ਼ੁਰੂ ਹੋ ਰਿਹਾ, ਤਾਂ ਇੱਦਾਂ ਦੇ ਕੇਸ ਦੇ ਵਿੱਚ ਜਿੱਥੇ ਕਿਸੇ ਦੋ ਜਾਂ ਦੋ ਤੋਂ ਵੱਧ ਐਲੀਮੈਂਟ ਜਿਹੜੇ ਸੇਮ ਲੈਟਰ ਦੇ ਨਾਲ ਉਹਨਾਂ ਦਾ ਨਾਮ ਸਟਾਰਟ ਹੁੰਦਾ ਹੋਵੇ, ਤਦ ਅਸੀਂ ਦੂਸਰੇ ਐਲੀਮੈਂਟ ਦੇ ਕੇਸ ਦੇ ਵਿੱਚ ਉਹਦਾ ਸੈਕਿੰਡ ਲੈਟਰ ਜਿਹੜਾ ਉਹਨੂੰ ਸਮਾਲ ਫਾਰਮ ਦੇ ਵਿੱਚ ਰਾਈਟ ਕਰ ਸਕਦੇ ਹਾਂ। ਸੋ ਨਿਕਲ ਦਾ ਸਿੰਬਲ N ਨਾ ਹੋ ਕੇ ਸਾਡੇ ਕੋਲ Ni ਹੋਵੇਗਾ। ਸਿਮਿਲਰਲੀ ਮੰਨ ਲਓ ਅਸੀਂ ਕੈਲਸ਼ੀਅਮ ਲਿਖਣਾ ਹੈ, ਕੈਲਸ਼ੀਅਮ ਦਾ ਸਿੰਬਲ Ca ਆ। ਸਿਮਿਲਰਲੀ ਸਾਡੇ ਕੋਲ ਐਲੀਮੈਂਟ ਹੈ कैडमियम। कैल्शियम और कैडमियम ਦੇ ਪਹਿਲਾ ਲੈਟਰ ਤੇ ਦੂਸਰਾ ਸਮਾਲ ਲੈਟਰ ਸੇਮ ਹੋ ਗਏ, ਤਾਂ ਇਦਾਂ ਦੇ ਕੇਸ ਦੇ ਵਿੱਚ ਜੇ ਅਸੀਂ ਕੈਲਸ਼ੀਅਮ ਦਾ ਸਿੰਬਲ Ca ਲਿਖਿਆ, ਤਾਂ ਕੈਡਮੀਅਮ ਦੇ ਕੇਸ ਦੇ ਵਿੱਚ ਅਸੀਂ ਤੀਸਰਾ ਸਮਾਲ ਲੈਟਰ ਕੰਸੀਡਰ ਕਰਾਂਗੇ। ਸੋ ਇਟ ਮੇ ਬੀ ਰਿਟਨ ਐਸ Cd। ਸੋ ਜੇ ਕਿਸੇ ਐਲੀਮੈਂਟ ਦੇ ਨਾਮ ਦੇ ਦੋ ਦੇ ਨਾਲੋਂ ਵੱਧ ਅੱਖਰ ਆਪਸ ਦੇ ਵਿੱਚ ਮੈਚ ਕਰਦੇ ਹੋਣ, ਪਹਿਲੇ ਦੋ ਅੱਖਰ ਆਪਸ ਦੇ ਵਿੱਚ ਮੈਚ ਕਰਦੇ ਹੋਣ, ਤਾਂ ਅਸੀਂ ਅਗਲਾ ਸਿਗਨੀਫੀਕੈਂਟ ਜਿਹੜਾ ਲੈਟਰ ਹੈ ਉਹ ਉਹਦਾ ਸਿੰਬਲ ਲਿਖਣ ਵਾਸਤੇ ਯੂਜ਼ ਕਰ ਸਕਦੇ ਹਾਂ, ਰਾਈਟ। ਸੋ ਸਿਮਿਲਰਲੀ ਮੈਂ ਇੱਕ ਹੋਰ ਐਗਜ਼ਾਮਪਲ ਲੈਂਦੀ ਹਾਂ, ਸੋਡੀਅਮ ਐਲੀਮੈਂਟ ਦਾ ਸਿੰਬਲ Na ਆ। ਇਸੇ ਤਰ੍ਹਾਂ ਮੇਰੇ ਕੋਲ ਇੱਕ ਹੋਰ ਐਲੀਮੈਂਟ ਹੈ ਸਿਲਵਰ।
ਸਿਲਵਰ ਦਾ ਸਿੰਬਲ Ag ਹੈ। ਹੁਣ ਇਹਨਾਂ ਐਲੀਮੈਂਟ ਦੇ ਕੇਸਿਸ ਦੇ ਵਿੱਚ ਜਦ ਕਿ ਇਹਦਾ ਪਹਿਲਾ ਲੈਟਰ S ਹੈ ਲੇਕਿਨ ਇਹਦਾ ਪਹਿਲਾ ਲੈਟਰ Na ਆ, ਇਹਦਾ ਪਹਿਲਾ ਲੈਟਰ ਸਾਡੇ ਕੋਲ S ਹੈ ਲੇਕਿਨ ਇਹਦਾ ਪਹਿਲਾ ਲੈਟਰ A ਆ, ਤਾਂ ਇਹਨਾਂ ਐਲੀਮੈਂਟ ਦੇ ਕੇਸਿਸ ਦੇ ਵਿੱਚ ਇਹਨਾਂ ਦੇ ਜਿਹੜੇ ਸਿੰਬਲ ਹੈ ਉਹਨਾਂ ਦੇ ਇੰਗਲਿਸ਼ ਨੇਮ ਦੇ ਪਹਿਲੇ ਲੈਟਰ ਨਾਲ ਮੈਚ ਨਹੀਂ ਕਰ ਰਹੇ। ਤਾਂ ਇੱਦਾਂ ਦੇ ਕੇਸਿਸ ਦੇ ਵਿੱਚ ਸਿੰਬਲ ਕਿਸ ਤਰ੍ਹਾਂ ਅਸਾਈਨ ਕੀਤੇ ਗਏ ਆ ਕਿ ਕੁਛ ਇੱਕ ਐਲੀਮੈਂਟ ਦੇ ਜਿਹੜੇ ਸਿੰਬਲ ਹੈ ਉਹ ਡਿਫਰੈਂਟ ਭਾਸ਼ਾ ਦੇ ਵਿੱਚ ਉਹਨਾਂ ਦੇ ਨਾਮ ਤੋਂ ਅਸਾਈਨ ਕੀਤੇ ਗਏ ਆ। ਜਿਸ ਤਰ੍ਹਾਂ ਸੋਡੀਅਮ ਹੈ, ਸੋਡੀਅਮ ਦਾ ਲੈਟਿਨ ਭਾਸ਼ਾ ਦੇ ਵਿੱਚ ਨਾਮ ਨੇਟਰੀਅਮ ਹੈ, ਲੈਟਿਨ ਦੇ ਵਿੱਚ ਇਹਦਾ ਨਾਮ ਨੇਟਰੀਅਮ ਹੈ। ਸੋ ਨੇਟਰੀਅਮ ਦਾ Na ਜਿਹੜਾ ਹੈ ਉਹ ਸੋਡੀਅਮ ਦੇ ਸਿੰਬਲ ਨੂੰ ਰਿਪਰੈਜ਼ੈਂਟ ਕਰਦਾ ਹੈ। ਸਿਮਿਲਰਲੀ ਸਿਲਵਰ ਦਾ ਲੈਟਿਨ ਨੇਮ ਜਿਹੜਾ ਹੈ, ਸਿਲਵਰ ਦਾ ਲੈਟਿਨ ਨੇਮ ਜਿਹੜਾ ਹੈ ਦਿਸ ਇਜ਼ ਅਰਜੈਂਟਮ। ਸੋ ਅਰਜੈਂਟਮ ਆਰ ਅਸੀਂ ਨਹੀਂ ਲੈ ਸਕਦੇ ਕਿਉਂਕਿ ਆਰਗਨ ਦਾ ਸਿੰਬਲ ਜਿਹੜਾ ਅਸੀਂ Ar ਲੈਂਦੇ ਹਾਂ। ਆਰਗਨ ਇਟਸ ਸਿੰਬਲ ਇਜ਼ Ar, ਸੋ ਅਸੀਂ A ਵੀ ਨਹੀਂ ਲੈ ਸਕਦੇ, A ਆਰ ਨਾਲ ਨਹੀਂ ਲੈ ਸਕਦੇ ਅਗਲਾ ਸਮਾਲ ਲੈਟਰ। ਤਾਂ ਇੱਦਾਂ ਦੇ ਕੇਸ ਦੇ ਵਿੱਚ ਤੀਸਰਾ ਜਿਹੜਾ ਲੈਟਰ ਹੈ ਉਹ ਅਸੀਂ ਸਿੰਬਲ ਵਾਸਤੇ ਯੂਜ਼ ਕਰ ਸਕਦੇ ਹਾਂ। ਸੋ ਦ ਸਿੰਬਲ ਆਫ ਸਿਲਵਰ ਵਿਲ ਬੀ Ag। ਔਰ Ag ਜਿਹੜਾ ਸਿੰਬਲ ਹੈ ਇਹਦੇ ਇੰਗਲਿਸ਼ ਨਾਮ ਤੋਂ ਨਹੀਂ ਡਰਾਈਵ ਕੀਤਾ ਗਿਆ ਬਲਕਿ ਇਹਦੇ ਲੈਟਿਨ ਭਾਸ਼ਾ ਦੇ ਵਿੱਚ ਨਾਮ ਜਿਹੜਾ ਹੈ ਸਿਲਵਰ ਦਾ ਅਰਜੈਂਟਮ ਹੁੰਦਾ ਹੈ। ਤਾਂ ਲੈਟਿਨ ਭਾਸ਼ਾ ਦੇ ਵਿੱਚ ਜੋ ਸਿਲਵਰ ਦਾ ਨਾਮ ਸੀ ਉਹਦੇ ਵਿੱਚੋਂ ਇਹਦਾ ਸਿੰਬਲ ਡਿਰਾਈਵ ਕੀਤਾ ਗਿਆ। ਤਾਂ ਇੱਦਾਂ ਦੇ ਕੁਝ ਐਕਸੈਪਸ਼ਨਲ ਕੇਸਿਸ ਹੈਗੇ ਆ ਸਾਡੇ ਕੋਲ ਪੀਰੀਓਡਿਕ ਟੇਬਲ ਦੇ ਵਿੱਚ ਜਿੱਥੇ ਐਲੀਮੈਂਟਸ ਦੇ ਜਿਹੜੇ ਸਿੰਬਲ ਹੈ ਉਹਨਾਂ ਦੇ ਇੰਗਲਿਸ਼ ਨੇਮ ਤੋਂ ਡਿਰਾਈਵ ਨਹੀਂ ਕੀਤੇ ਗਏ, ਰਾਈਟ। ਸੋ ਸਟੂਡੈਂਟ ਹੁਣ ਜੇ ਆਪਾਂ ਗੱਲ ਕਰੀਏ ਸਿਗਨੀਫੀਕੈਂਸ ਆਫ ਏ ਸਿੰਬਲ, significance of a symbol, significance of a symbol। word significance ਦਾ ਜੇ ਅਸੀਂ मीनिंग ਲਈਏ, significance ਦਾ ਮਤਲਬ ਹੁੰਦਾ ਹੈ ਇਹਦੀ ਇੰਪੋਰਟੈਂਸ ਕੀ ਆ, ਮਹੱਤਤਾ ਕੀ ਆ। ਰਾਜੇ ਜੇ ਅਸੀਂ ਕਿਸੇ ਐਲੀਮੈਂਟ ਦਾ ਸਿੰਬਲ ਲਿਖਦੇ ਆ, ਮੰਨ ਲਓ ਮੈਂ ਕਾਰਬਨ ਦਾ ਸਿੰਬਲ C ਲਿਖਿਆ, ਤਾਂ ਇਹਦੀ ਮਹੱਤਤਾ ਕੀ ਹੈ। C ਜਿਹੜਾ ਹੈ ਸਾਨੂੰ ਕੀ ਦੱਸਦਾ ਹੈ। ਕਿਸੇ ਵੀ ਐਲੀਮੈਂਟ ਦਾ ਦੋ ਤਰ੍ਹਾਂ ਦਾ ਸਿਗਨੀਫੀਕੈਂਸ ਹੁੰਦਾ ਹੈ। ਫਰਸਟ ਸਿਗਨੀਫੀਕੈਂਸ ਇਜ਼ ਕੁਆਲਿਟੇਟਿਵ ਸਿਗਨੀਫੀਕੈਂਸ, ਕੁਆਲਿਟੇਟਿਵ ਸਿਗਨੀਫੀਕੈਂਸ, and second one is quantitative significance। क्वालिटेटिव मतलब संख्यावाचक महत्ता, क्वांटिटेटिव मतलब क्वालिटेटिव मतलब गुणवाचक महत्ता, क्वांटिटेटिव मतलब संख्यावाचक महत्ता। क्वांटिटी मिकदार नाल रिलेटेड है, जिहड़ी क्वालिटी है गुणा नाल रिलेटेड है। सो किसी भी एलीमेंट का दो तरह का सिग्नीफिकेंस हुंदा, क्वालिटेटिव सिग्नीफिकेंस ते क्वांटिटेटिव सिग्नीफिकेंस। क्वालिटेटिव सिग्नीफिकेंस के मुताबिक क्वालिटेटिवली किसी भी एलीमेंट का जिहड़ा सिंबल है उहदे कंप्लीट नेम नूं रिप्रजेंट करता है। मतलब जे मैं C पढ़नी है कैमिस्ट्री दे विच तां मैं कार्बन पढ़ना है तो C नहीं बोलना है इहनूं। जे मैं H पढ़नी है तो इहनूं हाइड्रोजन बोलना है, H नहीं पढ़ना। जे मैं N पढ़नी है तो इहनूं नाइट्रोजन बोलना है, N नहीं पढ़ना। तां कैमिस्ट्री दे विच किसी भी एलीमेंट का जिहड़ा सिंबल है ਉਹਦੇ ਕੰਪਲੀਟ ਨੇਮ ਦਾ ਰਿਪਰੈਜ਼ੈਂਟੇਟਿਵ ਹੈ। ਸੋ ਕੁਆਲਿਟੇਟਿਵਲੀ ਇਹ ਸਿੰਬਲ ਰਿਪਰੈਜ਼ੈਂਟਸ ਦਾ ਕੰਪਲੀਟ ਨੇਮ ਆਫ ਐਨ ਐਲੀਮੈਂਟ। ਨੈਕਸਟ ਇਜ਼ ਕੁਆਂਟੀਟੇਟਿਵ ਸਿਗਨੀਫੀਕੈਂਸ। ਕੁਆਂਟੀਟੇਟਿਵ ਸਿਗਨੀਫੀਕੈਂਸ मतलब ਸੰਖਿਆਵਾਚਕ ਕੀ ਮਹੱਤਤਾ ਹੈ ਦੀ। ਕੁਆਂਟੀਟੇਟਿਵਲੀ ਕਿਸੇ ਵੀ ਐਲੀਮੈਂਟ ਦਾ ਸਿੰਬਲ ਉਹਦੇ ਇੱਕ ਐਟਮ ਨੂੰ ਰਿਪਰੈਜ਼ੈਂਟ ਕਰਦਾ ਹੈ, ਜਾਂ ਇੱਕ ਐਟਮ ਨੂੰ ਜਾਂ ਇੱਕ ਮੋਲ ਐਟਮ ਨੂੰ ਰਿਪਰੈਜ਼ੈਂਟ ਕਰਦਾ ਹੈ, ਰਾਈਟ। और क्वांटिटेटिवली किसी भी एलीमेंट का जिहड़ा सिंबल है वो नंबर ऑफ पार्ट्स बाय वेट नूं रिप्रजेंट करता है। सपोज मैं जे C लिखिया है, C मीन टू से आई एम टॉकिंग अबाउट ओनली वन एटम और वन मोल एटम्स ऑफ कार्बन। जे मैं हाइड्रोजन लिखिया, हाइड्रोजन रिप्रेजेंट्स ओनली वन एटम ऑफ हाइड्रोजन और वन मोल एटम्स ऑफ हाइड्रोजन। सिमिलरली
1 atom of nitrogen or 1 mole atoms of nitrogen, right? ਹੁਣ ਜੇ ਅਸੀਂ ਮਾਸਵਾਚਕ ਲਈਏ ਕਾਰਬਨ ਦੇ ਇੱਕ ਐਟਮ ਦਾ ਮਾਸ 12 ਹੁੰਦਾ ਹੈ। ਦਿਸ ਮੀਨ ਟੂ ਸੇ ਜਿਹੜਾ C ਹੈ ਕਾਰਬਨ ਦੇ 12 ਪਾਰਟ ਬਾਈ weight ਬਾਰੇ ਗੱਲ ਕਰ ਰਿਹਾ ਹੈ। ਹਾਈਡਰੋਜਨ ਦੇ ਇੱਕ ਐਟਮ ਦਾ ਮਾਸ 1 ਹੁੰਦਾ ਹੈ। ਦਿਸ ਮੀਨ ਟੂ ਸੇ ਜਿਹੜਾ ਸਿੰਬਲ H ਹੈ ਹਾਈਡਰੋਜਨ ਦੇ 1 ਪਾਰਟ ਬਾਈ weight ਬਾਰੇ ਗੱਲ ਕਰ ਰਿਹਾ ਹੈ। ਨਾਈਟ੍ਰੋਜਨ ਹੈ, ਨਾਈਟ੍ਰੋਜਨ ਦਾ ਐਟੋਮਿਕ ਮਾਸ 14 ਹੁੰਦਾ ਹੈ। ਦਿਸ ਮੀਨ ਟੂ ਸੇ ਜਿਹੜੀ N ਹੈ N ਨਾਈਟ੍ਰੋਜਨ ਦੇ 14 ਪਾਰਟ ਬਾਈ weight ਬਾਰੇ ਗੱਲ ਕਰ ਰਹੀ ਹੈ। ਸੋ ਕਿਸੇ ਵੀ ਐਲੀਮੈਂਟ ਦਾ ਸਿੰਬਲ ਕੁਆਂਟੀਟੇਟਿਵਲੀ ਉਹਦੇ ਨੰਬਰ ਆਫ ਪਾਰਟਸ ਬਾਈ weight ਬਾਰੇ ਦੱਸਦਾ ਹੈ। C mean to say we are talking about 12 part by weight of carbon. H mean to say we are talking about 1 part by weight of hydrogen. N mean to say we are talking about 14 part by weight of nitrogen. If according to number, C represents 1 atom of carbon or 1 mole atom of carbon. H represents 1 atom of hydrogen or 1 mole atoms of hydrogen, and N represent 1 atom of nitrogen or 1 mole atoms of nitrogen. So this is all about the significance of a symbol. So it has two type of significance, qualitative and quantitative. Qualitatively, a symbol represents the complete name of an element, and quantitatively a symbol represent number of parts by weight of that element, and a symbol also represent 1 atom of that element or 1 mole atom of that element. So this is all about the significance of a symbol. Now next we are going to discuss how to write the symbols of some common elements. This is the list of first 20 elements. This is the name, English name of that element, and this is the symbol of that particular element. Here I have used a particular pattern to write the symbol of that element. With this pattern, you can simultaneously learn the symbol of an element and also can learn its atomic number as well as its atomic mass. So what is this technique, how you can write the symbol of an element? So here I am going to discuss a simplest way how you can easily memorize the symbol of an element. So एक सौखे तो सौखा तरीका ਜਿਹਦੇ ਥਰੂ ਤੁਸੀਂ ਪਹਿਲੇ ਕਮ ਸੇ ਕਮ ਪਹਿਲੇ 20 ਐਲੀਮੈਂਟ ਦਾ ਸਿੰਬਲ ਜਿਹੜਾ ਸੌਖੇ ਤਰੀਕੇ ਨਾਲ ਲਿਖ ਸਕਦੇ ਹੋ। ਸੋ ਟੇਬਲ ਆਫ ਕਾਮਨ ਐਲੀਮੈਂਟਸ, ਟੇਬਲ ਆਫ common elements with their symbols, how you can write them. First of all, write down the name of all the elements. So first 20 element ਦੇ ਆਪਾਂ symbol ਲਿਖਨੇ ਆਪਾਂ ਪਹਿਲੇ 20 element ਦੇ ਨਾਮ ਲਿਖ ਲਈਏ। So write here hydrogen, which is the first element in periodic table. Second one is helium. Third element in periodic table is lithium. These elements are arranged in periodic table in increasing order of their atomic number. So ਇਹਨਾਂ ਦੇ atomic number ਦੇ ਵੱਧਦੇ ਕ੍ਰਮ ਦੇ ਅਨੁਸਾਰ ਇਹਨਾਂ ਐਲੀਮੈਂਟ ਨੂੰ periodic table ਦੇ ਵਿੱਚ ਲਿਖਿਆ ਗਿਆ ਔਰ ਆਪਾਂ ਪਹਿਲੇ 20 ਐਲੀਮੈਂਟ ਜਿਹੜੇ ਆ ਉਹਨਾਂ ਦੇ ਸਿੰਬਲ ਲਿਖਣ ਲੱਗੇ ਆ। Fourth element boron, beryllium, BERELLIUM, beryllium. Fifth one is boron. Sixth element in periodic table is carbon. Seventh one is nitrogen here, and eighth element in periodic table is oxygen. Ninth element fluorine, and 10th element in periodic table is neon. 11th sodium. 12th element magnesium. 13th element in periodic table is aluminium.
14th element in periodic table is silicon. 15th element is phosphorus, whereas 16th element sulfur, and 17th element chlorine, and 18th element argon, 19th element potassium, and 20th element here is calcium. So here I will discuss an easiest technique to write down the symbol with its atomic number and atomic mass. So when you have to write the symbol of an element, here is a simplest way how you can easily learn the symbol with its atomic number and atomic mass. So that technique is, suppose X is the symbol of an element. So at the bottom here you will write its atomic number. The symbol for atomic number is Z, and at the top you will write here the atomic mass of that element. So how to calculate the atomic number and atomic mass? Here I will tell you a simplest technique to write down or to easily memorize the atomic number and atomic mass of some common elements. Suppose Z is the atomic number. Atomic number, it is equal to the number of protons present in the nucleus of an element. And A here, it is representing the atomic mass, or you may say it is the mass number, which is the sum of number of neutron and protons. So how to calculate the atomic mass of an element from its atomic number? For that purpose, we have two rules. If the atomic number of an element is an even number, suppose the value of Z is an even number, in that case we can calculate the atomic mass of an element simply by multiplying its atomic number with digit 2. ਰਾਈਟ, ਜੇ ਸਾਡੇ ਕੋਲ ਕਿਸੇ ਵੀ ਐਲੀਮੈਂਟ ਦਾ ਜਿਹੜਾ ਐਟੋਮਿਕ ਨੰਬਰ ਹੈ ਉਹ ਕੋਈ ਈਵਨ ਨੰਬਰ ਹੈ ਔਰ ਅਸੀਂ ਉਹਦੇ ਐਟੋਮਿਕ ਨੰਬਰ ਤੋਂ ਹੀ ਉਹਦਾ ਮਾਸ ਨੰਬਰ ਕੈਲਕੂਲੇਟ ਕਰ ਸਕਦੇ ਹਾਂ, ਉਸ ਪਰਪਸ ਵਾਸਤੇ ਸਾਨੂੰ ਉਹਦੇ ਐਟੋਮਿਕ ਨੰਬਰ ਨੂੰ 2 ਦੇ ਨਾਲ ਮਲਟੀਪਲਾਈ ਕਰਨਾ ਪਊਗਾ। ਮੰਨ ਲਓ ਸਾਡੇ ਕੋਲ ਐਲੀਮੈਂਟ ਕਾਰਬਨ ਹੀ ਆ, ਕਾਰਬਨ ਦਾ ਐਟੋਮਿਕ ਨੰਬਰ 6 ਆ, ਰਾਈਟ, ਔਰ 6 ਇੱਕ ਈਵਨ ਨੰਬਰ ਹੈ। ਜੇ ਅਸੀਂ ਕਾਰਬਨ ਦਾ ਮਾਸ ਨੰਬਰ ਕੱਢਣਾ ਹੋਊਗਾ, ਅਸੀਂ 6 ਨੂੰ 2 ਦੇ ਨਾਲ ਮਲਟੀਪਲਾਈ ਕਰੀਏ, ਡਿਜਿਟ 12 ਆਊਗਾ, ਤਾਂ ਕਾਰਬਨ ਦਾ ਮਾਸ ਨੰਬਰ 12 ਅਸੀਂ ਲਿਖਾਂਗੇ। ਇਸੇ ਤਰ੍ਹਾਂ ਸੋ ਜੇ ਕਿਸੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ ਕੀ ਹੋਵੇ ਸਾਡੇ ਕੋਲ, that should be an even number. This is the first case. ਸੈਕਿੰਡ ਕੇਸ, ਜੇ ਕਿਸੇ ਵੀ ਐਲੀਮੈਂਟ ਦਾ ਜਿਹੜਾ ਐਟੋਮਿਕ ਨੰਬਰ ਹੈ ਜੇ ਉਹ ਔਡ ਨੰਬਰ ਹੋਵੇ, ਔਡ ਨੰਬਰ, ਤਾਂ ਇੱਦਾਂ ਦੇ ਕੇਸ ਦੇ ਵਿੱਚ ਉਸ ਐਲੀਮੈਂਟ ਦਾ ਮਾਸ ਨੰਬਰ ਕੱਢਣ ਵਾਸਤੇ ਅਸੀਂ ਉਹਦੇ ਐਟੋਮਿਕ ਨੰਬਰ ਨੂੰ ਡਿਜਿਟ 2 ਨਾਲ ਮਲਟੀਪਲਾਈ ਕਰਾਂਗੇ ਔਰ ਡਿਜਿਟ 1 ਉਹਦੇ ਵਿੱਚ ਪਲੱਸ ਕਰਾਂਗੇ, ਰਾਈਟ। ਇਹ ਸਿੰਪਲ ਇੱਕ ਰੂਲ ਹੈ ਅਲੱਗ-ਅਲੱਗ ਐਲੀਮੈਂਟ ਦੇ ਐਟੋਮਿਕ ਨੰਬਰ ਤੇ ਮਾਸ ਨੰਬਰ ਯਾਦ ਕਰਨ ਦਾ। ਐਗਜ਼ੈਕਟ ਐਟੋਮਿਕ ਨੰਬਰ ਤਾਂ ਨਹੀਂ ਨਿਕਲੂਗਾ, ਲੇਕਿਨ ਜੇ ਅਸੀਂ ਕਿਤੇ ਕਿਸੇ ਵੀ ਪਰਪਸ ਵਾਸਤੇ ਕਿਸੇ ਐਲੀਮੈਂਟ ਦਾ ਮਾਸ ਨੰਬਰ ਕਿਤੇ ਯੂਜ਼ ਕਰਨਾ ਹੈ ਤਾਂ ਉੱਦਾਂ ਦੇ ਕੇਸ ਦੇ ਵਿੱਚ ਅਸੀਂ ਇਹ ਇੱਕ ਹਿੱਟ ਐਂਡ ਟਰਾਇਲ ਰੂਲ ਜਿਹੜਾ ਹੈ ਉਹ ਯੂਜ਼ ਕਰ ਸਕਦੇ ਹਾਂ। ਸੋ ਸਪੋਜ਼ ਸਾਡੇ ਕੋਲ ਐਲੀਮੈਂਟ ਹੈ ਨਾਈਟ੍ਰੋਜਨ, ਨਾਈਟ੍ਰੋਜਨ ਨਹੀਂ ਲੈਂਦੇ ਆਪਾਂ, ਅਸੀਂ ਐਲੀਮੈਂਟ ਲੈ ਲੈਂਦੇ ਹਾਂ ਸੋਡੀਅਮ। ਸੋਡੀਅਮ ਦਾ ਐਟੋਮਿਕ ਨੰਬਰ 11 ਹੈ, 11 ਇੱਕ ਔਡ ਨੰਬਰ ਹੈ,
ਤਾਂ ਇਦਾਂ ਦੇ ਕੇਸ ਦੇ ਵਿੱਚ ਜੇ ਅਸੀਂ ਸੋਡੀਅਮ ਦਾ ਮਾਸ ਨੰਬਰ ਕੱਢਣਾ ਹੈ ਤਾਂ ਉਹਦੇ ਐਟੋਮਿਕ ਨੰਬਰ ਨੂੰ ਪਹਿਲਾਂ ਅਸੀਂ 2 ਨਾਲ ਮਲਟੀਪਲਾਈ ਕਰਾਂਗੇ ਔਰ ਫਿਰ ਉਹਦੇ 'ਚ 1 ਪਲੱਸ ਕਰਾਂਗੇ, ਦੈਨ ਦ ਨੰਬਰ ਵਿਲ ਬੀ 23। ਤਾਂ ਸੋਡੀਅਮ ਦਾ ਮਾਸ ਨੰਬਰ ਸਾਡੇ ਕੋਲ 23 ਆਊਗਾ। ਔਰ ਇਸ ਟੈਕਨੀਕ ਦੇ ਵਿੱਚ ਸਾਡੇ ਕੋਲ ਥੋੜੇ ਜਿਹੇ ਜਿਹੜੇ ਐਲੀਮੈਂਟ ਦੇ ਐਟੋਮਿਕ ਨੰਬਰ ਹੈ ਉਹ ਐਕਸੈਪਸ਼ਨਲ ਵੀ ਆਣਗੇ, ਜਿਸ ਤਰ੍ਹਾਂ ਹਾਈਡਰੋਜਨ ਹੈ। ਹੁਣ ਰਾਜੇ ਹਾਈਡਰੋਜਨ ਦਾ ਸਿੰਬਲ ਪਹਿਲਾਂ ਲਿਖ ਲਓ ਤੁਸੀਂ। ਹਾਈਡਰੋਜਨ ਦਾ ਸਿੰਬਲ ਅਸੀਂ ਕੀ ਲਿਖਾਂਗੇ? ਸਿੰਬਲ ਫॉर ਹਾਈਡਰੋਜਨ ਵਿਲ ਬੀ H, ਕਿਉਂਕਿ ਹਾਈਡਰੋਜਨ ਕਿਹੜੇ ਲੈਟਰ ਨਾਲ ਸਟਾਰਟ ਹੋ ਰਿਹਾ? H ਨਾਲ, ਤਾਂ ਅਸੀਂ ਇਹਦਾ ਪਹਿਲਾ ਲੈਟਰ ਲਿਖਾਂਗੇ H। ਹੀਲੀਅਮ H ਨਾਲ ਸਟਾਰਟ ਹੋ ਰਿਹਾ, ਤਾਂ ਇਦਾਂ ਦੇ ਕੇਸ ਦੇ ਵਿੱਚ ਇਹਨਾਂ ਦਾ ਸੈਕਿੰਡ ਲੈਟਰ ਕੰਸੀਡਰ ਕੀਤਾ ਜਾਊਗਾ, ਲੇਕਿਨ ਇਹ ਸਿੰਬਲ ਤੁਸੀਂ ਆਪਣੇ ਮਨੋਂ ਨਹੀਂ ਬਣਾਣੇ, ਆਲਰੇਡੀ ਅਸਾਈਨਡ ਸਿੰਬਲ ਹੈ ਇਹ ਹੀਲੀਅਮ। ਦੈਨ ਲਿਥੀਅਮ Li, बेरिलियम Be, बोरोन B, कार्बन C, नाइट्रोजन N, ऑक्सीजन O, फ्लोरीन F, नियोन Ne, सोडियम Na, मैग्नीशियम Mg, एल्युमिनियम Al, सिलिकॉन Si, फॉस्फोरस P, सल्फर S, क्लोरीन Cl, आर्गन Ar, पोटाशियम K एंड कैल्शियम Ca। सो ਇਹਨਾਂ ਦੇ ਐਟੋਮਿਕ ਨੰਬਰ ਜੇ ਤੁਹਾਨੂੰ ਇਹ ਸੀਕੁਐਂਸ ਯਾਦ ਹੋ ਜਾਂਦਾ ਤਾਂ ਇਹਨਾਂ ਦਾ ਐਟੋਮਿਕ ਨੰਬਰ ਯਾਦ ਕਰਨਾ ਬਹੁਤ ਹੀ ਸੌਖਾ ਹੈ। ਕਿੱਦਾਂ ਯਾਦ ਕਰ ਸਕਦੇ ਹੋ? ਹਾਈਡਰੋਜਨ ਪਹਿਲਾ ਐਲੀਮੈਂਟ, ਕਿਉਂਕਿ ਇਹ ਅਸੀਂ ਐਲੀਮੈਂਟ ਨੂੰ ਉਹਨਾਂ ਦੇ ਐਟੋਮਿਕ ਨੰਬਰ ਦੇ ਵੱਧਦੇ ਕ੍ਰਮ ਦੇ ਅਨੁਸਾਰ ਲਿਖਿਆ। ਹਾਈਡਰੋਜਨ ਪਹਿਲਾ ਐਲੀਮੈਂਟ, ਇਹਦਾ ਐਟੋਮਿਕ ਨੰਬਰ 1, ਹੀਲੀਅਮ ਦਾ 2, 3, ਬਰੀਲੀਅਮ 4, ਬੋਰਨ 5, ਕਾਰਬਨ 6। ਐਟੋਮਿਕ ਨੰਬਰ ਹਮੇਸ਼ਾ ਐਲੀਮੈਂਟ ਦੇ ਪੈਰ ਤੇ ਲਿਖਣਾ ਹੈ। नाइट्रोजन 7, ऑक्सीजन 8, फ्लोरीन 9, नियॉन 10, सोडियम 12, सोडियम 11, मैग्नीशियम 12, एल्युमिनियम 13, सिलिकॉन 14, फॉस्फोरस 15, सल्फर 16, क्लोरीन 17, आर्गन 18, पोटाशियम 19 एंड कैल्शियम 20। नाउ ਅਸੀਂ ਇਹ ਵਾਲਾ ਰੂਲ ਜਿਹੜਾ ਇਹਦੇ ਤੇ ਅਪਲਾਈ ਕਰਾਂਗੇ, ਲੇਕਿਨ ਇਹਦੇ 'ਚ ਕੁਝ ਕੇਸਿਸ ਐਕਸੈਪਸ਼ਨਲ ਆਣਗੇ ਜਿਨ੍ਹਾਂ ਤੇ ਇਹ ਰੂਲ ਜਿਹੜਾ ਹੈ ਉਹ ਅਪਲਾਈ ਨਹੀਂ ਹੋਵੇਗਾ। ਸੋ ਹਾਈਡਰੋਜਨ ਉਹਨਾਂ ਐਕਸੈਪਸ਼ਨਲ ਕੇਸਿਸ ਦੇ ਵਿੱਚੋਂ ਹੈ, ਬਿਕੋਜ਼ ਇਹਦਾ ਜਦ ਕਿ ਐਟੋਮਿਕ ਨੰਬਰ ਔਡ ਸੀ ਅਸੀਂ ਆਹ ਰੂਲ ਲਗਾ ਸਕਦੇ ਸੀ, ਲੇਕਿਨ ਹਾਈਡਰੋਜਨ ਕੋਲ ਕੋਈ ਵੀ ਨਿਊਟਰੋਨ ਨਹੀਂ ਹੁੰਦਾ, ਇਸ ਕਰਕੇ ਹਾਈਡਰੋਜਨ ਦਾ ਐਟੋਮਿਕ ਨੰਬਰ ਵੀ 1 ਹੈ ਤੇ ਮਾਸ ਨੰਬਰ ਵੀ 1 ਹੈ। ਇਹ ਸਾਡੇ ਕੋਲ ਐਕਸੈਪਸ਼ਨਲ ਕੇਸ ਹੈ ਜਿਹੜਾ ਇਸ ਰੂਲ ਨੂੰ ਫੋਲੋ ਨਹੀਂ ਕਰਦਾ। ਹੀਲੀਅਮ ਐਟੋਮਿਕ ਨੰਬਰ 2 ਹੈ, 2 ਈਵਨ ਨੰਬਰ ਹੈ, ਅਸੀਂ ਇਹ ਰੂਲ ਯੂਜ਼ ਕਰਾਂਗੇ। ਈਵਨ ਨੰਬਰ ਮਤਲਬ ਕਿੰਨਾ ਐਟੋਮਿਕ ਨੰਬਰ ਇਹਦਾ 2 ਨੂੰ 2 ਨਾਲ ਮਲਟੀਪਲਾਈ ਕਰ ਦੋ ਤਾਂ ਮਾਸ ਨੰਬਰ 4 ਆ ਜਾਊਗਾ। ਲੀਥੀਅਮ ਦਾ ਐਟੋਮਿਕ ਨੰਬਰ ਔਡ ਹੈ ਤਾਂ ਅਸੀਂ ਰੂਲ ਨੰਬਰ 2 ਯੂਜ਼ ਕਰਾਂਗੇ। ਐਟੋਮਿਕ ਨੰਬਰ ਲੀਥੀਅਮ ਦਾ 3 ਹੈ, 3 ਨੂੰ 2 ਨਾਲ ਮਲਟੀਪਲਾਈ ਕਰਕੇ 1 ਵਿੱਚ ਪਲੱਸ ਕਰ ਦੋ, ਇਹ ਸਾਡੇ ਕੋਲ ਕਿੰਨਾ ਆ ਜਾਊਗਾ? 7। ਤਾਂ ਲੀਥੀਅਮ ਦਾ ਮਾਸ ਨੰਬਰ 7। ਬੈਰੀਲੀਅਮ ਐਟੋਮਿਕ ਨੰਬਰ 4 ਹੈ, 4 ਜੀ ਸਾਡੇ ਕੋਲ ਈਵਨ ਨੰਬਰ ਹੈ, ਅਸੀਂ 2 ਨਾਲ ਸਿੰਪਲੀ ਮਲਟੀਪਲਾਈ ਕਰਦੇ 8 ਆ ਗਿਆ। ਬੋਰਨ ਔਡ ਨੰਬਰ ਹੈ, ਸੋ ਅਸੀਂ ਇਹਦਾ ਲੇਕਿਨ ਬੈਰੀਲੀਅਮ ਦੇ ਕੇਸ ਦੇ ਵਿੱਚ ਇਹ ਰੂਲ ਫੋਲੋ ਨਹੀਂ ਹੁੰਦਾ ਜੀ। ਬਰੀਲੀਅਮ ਦਾ ਮਾਸ ਨੰਬਰ 9 ਹੈ, ਇਹ ਵੀ ਐਕਸੈਪਸ਼ਨਲ ਕੇਸਿਸ ਦੇ ਵਿੱਚ ਆਉਂਦਾ ਹੈ। ਬੋਰਨ ਦੇ ਕੇਸ ਦੇ ਵਿੱਚ ਔਡ ਨੰਬਰ ਹੈ 5 × 2 + 1 11। ਕਾਰਬਨ ਈਵਨ ਨੰਬਰ ਹੈ 6 × 2 + 2 12। ਸੋ ਨਾਈਟ੍ਰੋਜਨ ਵੀ ਐਕਸੈਪਸ਼ਨਲ ਕੇਸਿਸ ਦੇ ਵਿੱਚ ਆਊਗਾ, ਅਦਰਵਾਈਜ਼ 15 ਆਉਣਾ ਚਾਹੀਦਾ, ਪਰ ਇਹਦੇ ਕੇਸ ਦੇ ਵਿੱਚ ਨਿਊਟਰੋਨ ਦਾ ਨੰਬਰ ਘੱਟ ਹੋਣ ਕਰਕੇ ਇਹਦਾ ਐਟੋਮਿਕ ਮਾਸ ਨੰਬਰ 14 ਹੈ। ਆਕਸੀਜਨ 8 ਈਵਨ ਨੰਬਰ ਹੈ, ਇਹ ਰੂਲ ਲਾਗੂ ਹੋਊਗਾ, ਸੋ ਇਟ ਮੇ ਬੀ 16। ਫਲੋਰੀਨ 9 ਔਡ ਨੰਬਰ ਹੈ, ਇਹ ਵਾਲਾ ਰੂਲ ਇਹਦੇ ਤੇ ਲਾਗੂ ਹੋਊਗਾ, ਸੋ ਫਲੋਰੀਨ ਦੇ ਕੇਸ ਦੇ ਵਿੱਚ ਅਸੀਂ ਫਲੋਰੀਨ ਦਾ ਐਟੋਮਿਕ ਨੰਬਰ mass number 19, neon 10, so you may write here 20, sodium 11, so second rule 23, 12 even number है पहला रूल, 24 एल्युमिनियम दूसरा रूल लगावांगे 27 आ जाऊगा जी। सिलिकॉन इवन नंबर है 14 दूना 28 आ जाऊगा। फास्फोरस एटॉमिक नंबर 15, एटॉमिक नंबर 15, so this is again a odd number, so second rule लागू होगा, so its mass number will be 31, even number 32, so ਇਹਦੇ ਕੇਸ ਦੇ ਵਿੱਚ 35 ਆਪਾਂ ਲਗਾ ਦਿੰਨੇ ਆ। then organ
ਈਵਨ ਨੰਬਰ ਹੈ। ਸੋ ਆਰਗਨ ਦੇ ਕੇਸ ਦੇ ਵਿੱਚ, ਲੇਕਿਨ ਇੱਥੇ ਐਕਸੈਪਸ਼ਨਲ ਕੇਸ ਹੈ। ਸੋ ਇਹਦਾ ਜਿਹੜਾ ਮਾਸ ਨੰਬਰ ਹੈ ਅਸੀਂ 40 ਲਗਾਉਣਾ ਹੈ। 19 ਸੋ ਇਹਦੇ 39 ਔਡ ਨੰਬਰ ਹੈ ਜੀ। ਇਹ ਈਵਨ ਨੰਬਰ ਹੈ 40। ਸੋ ਆਰਗਨ ਔਰ ਕੈਲਸ਼ੀਅਮ ਦੋਨੋਂ ਐਸੇ ਐਲੀਮੈਂਟ ਹੈ ਜਿਨ੍ਹਾਂ ਦਾ ਮਾਸ ਨੰਬਰ ਸੇਮ ਹੈ, ਰਾਈਟ। ਸੋ ਇਹਨਾਂ ਨੂੰ ਅਸੀਂ ਕਹਿੰਦੇ ਆ ਆਈਸੋਬਾਰਸ। ਆਈਸੋਬਾਰ ਉਹ ਐਲੀਮੈਂਟ ਹੁੰਦੇ ਆ ਜਿਨ੍ਹਾਂ ਦਾ ਐਟੋਮਿਕ ਨੰਬਰ ਤਾਂ ਡਿਫਰੈਂਟ ਹੋਵੇ ਪਰ ਮਾਸ ਨੰਬਰ ਸੇਮ ਹੋ। ਸੋ ਇਹ ਮੈਂ ਤੁਹਾਡੇ ਸਾਹਮਣੇ ਲਿਸਟ ਬਣਾਈ ਹੈ ਪਹਿਲੇ 20 ਐਲੀਮੈਂਟਸ ਦੀ, ਉਹਨਾਂ ਦੇ ਐਟੋਮਿਕ ਮਾਸ ਦੇ ਨਾਲ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਕਿਸੇ ਵੀ ਐਲੀਮੈਂਟ ਦਾ ਸਿੰਬਲ ਲਿਖਦੇ ਆ ਤਾਂ ਸਾਨੂੰ ਨਾਲ ਦੀ ਨਾਲ ਸਿੰਬਲ ਪਲੱਸ ਉਹਦਾ ਐਟੋਮਿਕ ਨੰਬਰ ਤੇ ਨਾਲ ਦੀ ਨਾਲ ਉਹਨਾਂ ਦਾ ਮਾਸ ਨੰਬਰ ਈਜ਼ੀਲੀ ਲਰਨ ਹੋ ਜਾਂਦਾ ਹੈ। ਸੋ ਇਸ ਤੋਂ ਇਲਾਵਾ ਅਸੀਂ ਉਹਨਾਂ ਐਲੀਮੈਂਟਸ ਦੇ ਸਿੰਬਲ ਵੀ ਲਿਖਾਂਗੇ ਜਿਨ੍ਹਾਂ ਐਲੀਮੈਂਟਸ ਦੇ ਸਿੰਬਲ ਉਹਨਾਂ ਦੇ ਇੰਗਲਿਸ਼ ਨੇਮ ਤੋਂ ਡਰਾਈਵ ਨਹੀਂ ਕੀਤੇ ਗਏ ਬਲਕਿ ਉਹਦੇ ਲੈਟਿਨ ਨੇਮ ਤੋਂ ਡਰਾਈਵ ਕੀਤੇ ਗਿਆ। ਇਹ ਕੁੱਲ ਮਿਲਾ ਕੇ ਤਕਰੀਬਨ 9 ਐਲੀਮੈਂਟ ਹੈ ਜਿਨ੍ਹਾਂ ਦੇ ਸਿੰਬਲ ਉਹਨਾਂ ਦੇ ਲੈਟਿਨ ਨੇਮ ਤੋਂ ਡਰਾਈਵ ਕੀਤੇ ਗਏ ਆ। ਫॉर एग्जांपल here is the element potassium. Potassium, its symbol is K, not P. So how we can write K? So this symbol K has been derived from its Latin name which is Kalium. Then sodium, its symbol, it starts with letter S but its symbol is Na. So this symbol Na is derived from its Latin name which is natrium. Then tungsten, this the starter for this element is T, what its symbol is W. This symbol W has been derived from its Latin name which is wolfram. Iron, it starts with I, but its symbol is Fe. This symbol Fe has been derived from its Latin name, this is ferrum. So copper, its Latin name is cuprum, so its symbol will be Cu. Gold, its Latin name is aurum, so its symbol will be Au. Silver, its Latin name is argentum, so its symbol will not be Ar or S, it will be Ag. So the next significant next significant letter is G here. So we will write its symbol as Ag. Mercury, its Latin name is Hydrazyrum, so its symbol will be He. Tin, its Latin name is Stannum, so its symbol will be Sn. Lead, its Latin name is Plumbum, so its symbol will be Pb. Similarly, antimony, its Latin name is Tibium, so its symbol will be Sb. So this is the list of some common elements with their symbols. Here I have mentioned the atomic number as well as the mass number of elements with their symbols. This is the simplest technique to learn the symbols as well as atomic number and mass number of an element. So what important question we discussed today? So first question is, write down the symbol of following elements. So we can ask any symbol from you. Suppose you have to write the symbol of copper. Second, you have to write the symbol of sulfur. Third, you have to write the symbol of argon. Next, fourth one, write down the symbol of helium. And fifth one, write down the symbol of silver. So this type of question can be asked in the examination. And second question, define symbol and write the significance of a symbol. Next, the question may be asked in this form.
write the significance of symbol C. So these types of question can be asked in the examination. Thank you, students. So today we have discussed the term symbol and its significance. At the same moment, we learned the technique to write the symbol of some common elements, and also discuss how the symbols of some elements are different from their English names. For example, the symbol of copper is Cu, not Co. Why it is so? At the same moment, we have learned how to calculate the mass number of an element from its atomic number. So thank you very much, student.